ਅਸੀਂ ਇਹ ਸਟੀਲ ਵਰਤੀ ਜਾਂਦੇ ਉਹ ਕ੍ਰੋਮੀਅਮ ਤੇ ਨਿਕਲ ਦਾ ਬਣਿਆ ਹੋਇਆ ਹੈ। ਕ੍ਰੋਮੀਅਮ ਤੇ ਨਿਕਲ ਦੋਵੇਂ ਜਿਹੜੇ ਮੈਟਲਿਕ ਪੋਇਜ਼ਨ ਹੈ। ਕਿਡਨੀ ਤੁਸੀਂ ਕਹਿ ਰਹੇ ਹੋ ਕਿਟਨਾਈਨ ਵੱਧ ਗਿਆ ਜੀ, ਯੂਰੀਆ ਵੱਧ ਗਿਆ, ਉਹ ਕਿੱਦਾਂ ਕੰਮ ਕਰਨਗੇ? ਤੁਸੀਂ ਸਟੀਲ ਦੇ ਬਰਤਨਾਂ 'ਚ ਖਾਓਗੇ। ਤੁਸੀਂ ਸਟੀਲ ਦਾ ਕੰਮ ਕੀ ਹੈ ਜੀ? ਕ੍ਰੋਮੀਅਮ ਤੇ ਨਿਕਲ ਦਾ ਕੰਮ ਹੈ ਸਭ ਕੁਝ ਜਾਮ ਕਰ ਦੇਣਾ। ਉਹ ਸਾਰਾ ਤੁਹਾਡੀ ਬਾਡੀ ਜਾਮ ਹੋਈ ਜਾਂਦੀ ਹੈ। ਤੁਸੀਂ ਸਟੀਲ ਸੋਹਣਾ ਸਮਝਦੇ ਹੋ, ਤਾਂ ਸੋਹਣਾ ਜਿਹੜਾ ਹੁੰਦਾ ਉਹ ਚੰਗਾ ਵੀ ਹੋਏ ਤੇ ਜ਼ਰੂਰੀ ਨਹੀਂ ਨਾ ਹੁੰਦਾ। तो स्टील च क्रोमीਅਮ निकल ਤੇ ਪੰਜ ਛੇ ਚੀਜ਼ਾਂ ਸਲਫਰ ਫਾਸਫੋਰਸ ਇੱਦਾਂ ਦੀ ਸਾਰੀ ਟੌਕਸਿਕ ਜ਼ਹਿਰੀਲੀ ਚੀਜ਼ਾਂ ਨੇ। ਥੋੜ੍ਹੇ ਨੈੱਟ 'ਤੇ ਜਾਓ ਹੁਣ ਤੇ 19 ਤੋਂ ਬਾਅਦ ਗੂਗਲ ਨੇ ਆਪਣੀ ਇੱਜ਼ਤ ਬਚਾਉਣ ਲਈ ਉਹ ਪੇਪਰ ਪਾ ਦਿੱਤੇ ਨੇ ਉੱਥੇ, ਤੇ ਉਹ ਦੱਸ ਰਹੇ ਨੇ ਕਿ ਮੈਟਲਿਕ ਪੋਇਜ਼ਨ ਹੈ ਤੇ ਚੰਗੇ ਨਹੀਂ। ਫਿਰ ਕੀ ਕਰੀਏ? ਤੁਸੀਂ ਮਿੱਟੀ ਦੇ ਬਰਤਨ 'ਚ ਖਾਣਾ ਬਣਾਓ। ਸੌਖਾ ਨਹੀਂ ਹੈਗਾ, ਪਰ ਸੌਖਾ ਕਿਹੜਾ, ਜਿਹੜਾ ਮਰਨਾ ਤੋਂ ਵੀ ਤੇ ਔਖਾ ਹੈ ਨਾ। ਡਾਕਟਰ ਕੋਲ ਜਾ ਕੇ ਹਸਪੀਟਲ 'ਚ ਪੈ ਕੇ ਬਿਮਾਰ ਪੈ ਕੇ ਅਸੀਂ ਪੈ ਰਹਿੰਦੇ ਹਾਂ, ਉਹ ਸੌਖਾ ਹੈ ਕੋਈ? ਸਾਰੀ ਉਮਰ ਦਵਾਈ ਖਾਣਾ ਸੌਖਾ ਹੈ ਕੋਈ? ਡਾਇਬਟੀਜ਼ ਦਵਾਈ ਸਾਰੀ ਉਮਰ ਖਾਈ ਜਾਓ, 10 ਬਿਮਾਰੀਆਂ ਹੋਰ ਲਾ ਲਓ, ਇਹ ਸੌਖਾ ਹੈ ਕੋਈ? ਤੇ ਤਕਲੀਫ ਕਰੋ, ਕਸ਼ਟ ਕਰੋ, ਚੰਗੇ ਮਿੱਟੀ ਦੇ ਬਰਤਨ ਲਿਆਓ। ਤੁਹਾਡਾ ਡਾਇਬਟੀਜ਼ ਕਹਿੰਦੇ ਹਿੰਦੁਸਤਾਨ ਸਾਰੇ ਤੋਂ ਜ਼ਿਆਦਾ ਹੈ, ਮੈਂ ਗਰੰਟੀ ਦਿੰਦਾ ਜੀ। 6 ਮਹੀਨੇ ਤੁਸੀਂ ਮਿੱਟੀ ਦੇ ਬਰਤਨ 'ਚ ਰੋਟੀ ਬਣਾ ਕੇ, ਦਾਲ ਸਬਜ਼ੀ ਬਣਾ ਕੇ ਖਾਓ, ਤੇ 6 ਮਹੀਨੇ ਬਾਅਦ ਚੈੱਕ ਕਰਾਓ, ਤੁਹਾਡੀ ਡਾਇਬਟੀਜ਼ ਬਿਲਕੁਲ ਨੋਰਮਲ ਆਏਗੀ। ਤੁਹਾਡਾ ਥਾਇਰਾਇਡ ਜਿਹੜਾ ਸਾਰੀ ਉਮਰ ਦਵਾਈ ਖਾਂਦੇ ਹੋ, ਆਟੋ ਇਮਿਊਨ ਡਿਜ਼ੀਜ਼ ਜਿਸ ਨੂੰ ਕਹਿੰਦੇ ਹੋ ਤੁਸੀਂ, ਉਹ ਸਾਰੀ ਠੀਕ ਹੋ ਜਾਣੀ ਹੈ। ਤੁਹਾਡੀ ਇਮਿਊਨਿਟੀ ਜਿਹੜੀ ਡੈਮੇਜ ਹੋ ਗਈ ਡਾਕਟਰਾਂ ਦੀ ਕਿਰਪਾ ਨਾਲ ਤੇ ਤੁਹਾਡੀ ਨਾਸਮਝੀ ਨਾਲ, ਉਹ ਇਮਿਊਨਿਟੀ ਡੈਮੇਜ ਹੋਈ ਤਾਂ ਹੀ ਤੇ ਤੁਹਾਨੂੰ ਆਟੋ ਇਮਿਊਨ ਡਿਜ਼ੀਜ਼ ਹੋਈਆਂ। ਮਿੱਟੀ ਦੇ ਬਰਤਨ 'ਚ ਬਣਾਓ ਤੇ ਖਾਓ, ਪਰ ਇੱਕ ਧਿਆਨ ਰੱਖਿਓ, ਇਹਦੇ ਤੜਕਾ ਨਹੀਂ ਦੇਣਾ ਮਿੱਟੀ ਦੇ ਬਰਤਨ 'ਚ। ਉਹ ਬਾਰ-ਬਾਰ ਗਰਮ ਹੋ ਕੇ ਤੇਲ ਜਿਹੜਾ ਅੰਦਰ ਵੜ ਜਾਊ, ਉਹ ਜ਼ਹਿਰ ਬਣ ਜਾਊ। ਤੁਸੀਂ ਜਿਹੜਾ ਵੀ ਖਾਣਾ ਬਣਾਉਂਦੇ ਹੋ, ਉਹ ਖਾਣੇ ਦਾ ਕੁੱਕਰ 'ਚ 87% ਉਹਦੇ ਨਿਊਟ੍ਰੀਐਂਟਸ ਡਿਸਟਰੋਏ ਹੋ ਜਾਂਦੇ ਹੈ। 13% ਤੁਹਾਨੂੰ ਮਿਲਿਆ। ਜੇ ਤੁਹਾਨੂੰ 13% ਮਿਲਿਆ ਤੇ ਜਿਹੜੇ ਅਰਬੋਂ ਸੈੱਲ ਹੈਗੇ ਹੈ, ਇਹ ਤਾਂ ਭੁੱਖੇ ਮਰ ਗਏ। ਤੁਸੀਂ 1 ਕਿਲੋ ਅਨਾਜ ਹੀ ਖਾਧਾ ਸਾਰੇ ਦਿਨ 'ਚ, ਤੇ ਬਾਡੀ ਨੂੰ ਕਿੰਨਾ ਮਿਲਿਆ? 130 ਗ੍ਰਾਮ। ਤੁਸੀਂ ਜਦ ਮਿੱਟੀ ਦੇ ਬਰਤਨ 'ਚ ਬਣਾਓਗੇ, ਤੇ ਜੇ ਤੁਹਾਡੇ 100% ਹੈਗਾ ਹੈ ਨਾ, ਉਹ 100% ਦਾ 110 ਹੋ ਜਾਊ। ਤੁਸੀਂ ਕਹੋਗੇ ਇਹ ਕਿੱਦਾਂ ਹੋ ਜਾਊ? ਮਿੱਟੀ ਦੇ 18 ਮਿਨਰਲ ਜਿਹੜੇ ਹੈ ਉਹ ਵੀ ਕੁਛ ਐਡ ਹੋਣਗੇ, ਕਿ ਤੁਹਾਡਾ ਰੋਟੀ ਜਿਹੜੀ ਹੈ 36 ਘੰਟੇ ਤੱਕ ਮਿੱਟੀ ਦਾ ਬਣਿਆ ਜਿਹੜਾ ਖਾਣਾ ਹੈ ਬਾਸੀ ਨਹੀਂ ਹੁੰਦਾ। ਮੈਂ 48 ਡਿਗਰੀ ਟੈਂਪਰੇਚਰ 'ਚ ਸਵੇਰੇ ਬਣਾਉਂਦਾ ਸੀ ਵਰਿੰਦਾਵਨ 'ਚ ਖਾਣਾ, ਦਾਲ ਚਾਵਲ ਖਿਚੜੀ ਬਣਾ ਲਈ, ਪੂਰਾ ਦਿਨ ਉਸ ਨੂੰ ਬਿਨਾਂ ਫਰਿੱਜ ਦੇ ਰੱਖਣਾ, ਅਗਲੇ ਦਿਨ ਵੀ ਫਿਰ ਖਾਣਾ। ਉਹ 36 ਘੰਟੇ ਬਾਅਦ ਵੀ ਸੜਦੀ ਨਹੀਂ ਸੀ, ਸਵਾਦ ਹੁੰਦੀ ਸੀ। ਤੇ ਮਿੱਟੀ ਦੇ ਬਰਤਨ 'ਚ ਬਾਸੀ ਨਹੀਂ ਹੋਏਗਾ। ਤੁਹਾਨੂੰ ਤਾਂ ਨਜ਼ਰ ਹੀ ਨਹੀਂ ਆਉਂਦਾ ਸਵੇਰੇ ਦਾ ਬਣਿਆ ਖਾਣਾ 4 ਘੰਟੇ 5 ਘੰਟੇ ਬਾਅਦ ਉਹਦੇ ਮੋਲੀਕਿਊਲ ਚੇਂਜ ਹੋ ਗਏ, ਉਹਦੀ ਬਿਮਾਰੀ ਦਾ ਘਰ ਬਣ ਗਿਆ। ਤੁਸੀਂ ਫਿਰ ਤੜਕਾ ਦੇ ਕੇ ਖਾ ਲਿਆ। ਪੰਜਾਬੀਆਂ ਨੂੰ ਤਾਂ ਆਦਤ ਹੈ ਬਾਸੀ ਬਣਾ ਕੇ ਫਰਿੱਜ 'ਚ ਰੱਖ ਕੇ ਖਾਣ ਦੀ। ਤੇ ਇਹ ਜਿਹੜੇ ਬਰਤਨ ਪਏ ਨੇ, ਇਹਨਾਂ ਦਾ ਕੋਈ ਮਤਲਬ ਹੈ? ਅਸੀਂ ਇਹ ਸਟੀਲ ਵਰਤੀ ਜਾਂਦੇ ਉਹ ਕ੍ਰੋਮੀਅਮ ਤੇ ਨਿਕਲ ਦਾ ਬਣਿਆ ਹੋਇਆ ਹੈ। ਕ੍ਰੋਮੀਅਮ ਤੇ ਨਿਕਲ ਦੋਵੇਂ ਜਿਹੜੇ ਮੈਟਲਿਕ ਪੋਇਜ਼ਨ ਹੈ। ਕਿਡਨੀ ਤੁਸੀਂ ਕਹਿ ਰਹੇ ਹੋ ਕਿਟਨਾਈਨ ਵੱਧ ਗਿਆ ਜੀ, ਯੂਰੀਆ ਵੱਧ ਗਿਆ, ਉਹ ਕਿੱਦਾਂ ਕੰਮ ਕਰਨਗੇ? ਤੁਸੀਂ ਸਟੀਲ ਦੇ ਬਰਤਨਾਂ 'ਚ ਖਾਓਗੇ। ਜਿਹੜੇ ਲੋਕਾਂ ਦੇ ਫਿਰ ਜੋੜਾਂ 'ਚ ਦਰਦ ਹੋ ਰਹੇ ਨੇ, ਉਹ ਬਰਤਨਾਂ ਕਰਕੇ ਨੇ ਜੀ? ਤੁਸੀਂ ਸਟੀਲ ਦਾ ਕੰਮ ਕੀ ਹੈ ਜੀ? ਕ੍ਰੋਮੀਅਮ ਤੇ ਨਿਕਲ ਦਾ ਕੰਮ ਹੈ ਸਭ ਕੁਝ ਜਾਮ ਕਰ ਦੇਣਾ। ਉਹ ਸਾਰਾ ਤੁਹਾਡੀ ਬਾਡੀ ਜਾਮ ਹੋਈ ਜਾਂਦੀ ਹੈ। ਤੁਸੀਂ ਸਟੀਲ ਸੋਹਣਾ ਸਮਝਦੇ ਹੋ, ਤਾਂ ਸੋਹਣਾ ਜਿਹੜਾ ਹੁੰਦਾ ਉਹ ਚੰਗਾ ਵੀ ਹੋਏ ਤੇ ਜ਼ਰੂਰੀ ਨਹੀਂ ਨਾ ਹੁੰਦਾ। ਤੇ ਉਹ ਸਟੀਲ 'ਚ ਕ੍ਰੋਮੀਅਮ ਨਿਕਲ ਤੇ ਪੰਜ ਛੇ ਚੀਜ਼ਾਂ ਸਲਫਰ ਫਾਸਫੋਰਸ ਇੱਦਾਂ ਦੀ ਸਾਰੀ ਟੌਕਸਿਕ ਜ਼ਹਿਰੀਲੀ ਚੀਜ਼ਾਂ ਨੇ। ਤੁਸੀਂ ਬਣਾ ਕੇ ਖਾਓਗੇ ਤੇ ਰਿਸਰਚ ਪੇਪਰ ਲੁਕੋ ਕੇ ਰੱਖੇ ਹੋਏ ਨੇ। ਥੋੜ੍ਹੇ ਨੈੱਟ 'ਤੇ ਜਾਓ ਹੁਣ ਤੇ 19 ਤੋਂ ਬਾਅਦ ਗੂਗਲ ਨੇ ਆਪਣੀ ਇੱਜ਼ਤ ਬਚਾਉਣ ਲਈ ਉਹ ਪੇਪਰ ਪਾ ਦਿੱਤੇ ਨੇ ਉੱਥੇ, ਤੇ ਉਹ ਦੱਸ ਰਹੇ ਨੇ ਕਿ ਮੈਟਲਿਕ ਪੋਇਜ਼ਨ ਹੈ ਤੇ ਚੰਗੇ ਨਹੀਂ। ਫਿਰ ਕੀ ਕਰੀਏ? ਤੁਸੀਂ ਮਿੱਟੀ ਦੇ ਬਰਤਨ 'ਚ ਖਾਣਾ ਬਣਾਓ, ਲੱਭ ਕੇ ਲਿਆਓ ਬਰਤਨ ਚੰਗੇ। ਸੌਖਾ ਨਹੀਂ ਹੈਗਾ, ਪਰ ਸੌਖਾ ਕਿਹੜਾ, ਜਿਹੜਾ ਮਰਨਾ ਤੋਂ ਵੀ ਤੇ ਔਖਾ ਹੈ ਨਾ। ਡਾਕਟਰ ਕੋਲ ਜਾ ਕੇ ਹਸਪੀਟਲ 'ਚ ਪੈ ਕੇ ਬਿਮਾਰ ਪੈ ਕੇ ਅਸੀਂ ਪੈ ਰਹਿੰਦੇ ਹਾਂ, ਉਹ ਸੌਖਾ ਹੈ ਕੋਈ? ਸਾਰੀ ਉਮਰ ਦਵਾਈ ਖਾਣਾ ਸੌਖਾ ਹੈ ਕੋਈ? ਡਾਇਬਟੀਜ਼ ਦਵਾਈ ਸਾਰੀ ਉਮਰ ਖਾਈ ਜਾਓ, 10 ਬਿਮਾਰੀਆਂ ਹੋਰ ਲਾ ਲਓ, ਇਹ ਸੌਖਾ ਹੈ ਕੋਈ? ਤੇ ਤਕਲੀਫ ਕਰੋ, ਕਸ਼ਟ ਕਰੋ, ਚੰਗੇ ਮਿੱਟੀ ਦੇ ਬਰਤਨ ਲਿਆਓ। ਇਹ ਬਰਤਨ ਜਿਹੜਾ ਹੈਗਾ ਅੱਗ 'ਤੇ ਨਹੀਂ ਚੜਾ ਸਕਦੇ, ਇਹ ਤੁਸੀਂ ਦਾਲ ਸਬਜ਼ੀ ਰੱਖ ਸਕਦੇ ਹੋ। ਅਤੇ ਜਿਹੜਾ ਉਹ ਚੜਾਉਣ ਵਾਲਾ ਬਰਤਨ ਉਹ ਜ਼ਿਆਦਾ ਪੱਕਿਆ ਹੁੰਦਾ ਹੈ, ਉਹਦੀ ਰੋਟੀ ਬਣਾਓ, ਸਬਜ਼ੀ ਬਣਾਓ। ਤੁਹਾਡਾ ਡਾਇਬਟੀਜ਼ ਕਹਿੰਦੇ ਹਿੰਦੁਸਤਾਨ ਸਾਰੇ ਤੋਂ ਜ਼ਿਆਦਾ ਹੈ, ਮੈਂ ਗਰੰਟੀ ਦਿੰਦਾ ਜੀ। 6 ਮਹੀਨੇ ਤੁਸੀਂ ਮਿੱਟੀ ਦੇ ਬਰਤਨ 'ਚ ਰੋਟੀ ਬਣਾ ਕੇ, ਦਾਲ ਸਬਜ਼ੀ ਬਣਾ ਕੇ ਖਾਓ, ਤੇ 6 ਮਹੀਨੇ ਬਾਅਦ ਚੈੱਕ ਕਰਾਓ, ਤੁਹਾਡੀ ਡਾਇਬਟੀਜ਼ ਬਿਲਕੁਲ ਨੋਰਮਲ ਆਏਗੀ। ਸ਼ੂਗਰ ਨਹੀਂ ਰਹਿਣੀ। ਸਿਰਫ ਮਿੱਟੀ ਦੇ, ਸਿਰਫ ਅਸੀਂ ਰਸੋਈ ਦੇ ਬਰਤਨ ਚੇਂਜ ਕਰਨ ਨਾਲ ਸ਼ੂਗਰ ਚੇਂਜ ਕਰੋ। ਤੁਹਾਡਾ ਥਾਇਰਾਇਡ ਜਿਹੜਾ ਸਾਰੀ ਉਮਰ ਦਵਾਈ ਖਾਂਦੇ ਹੋ, ਆਟੋ ਇਮਿਊਨ ਡਿਜ਼ੀਜ਼ ਜਿਸ ਨੂੰ ਕਹਿੰਦੇ ਹੋ ਤੁਸੀਂ, ਉਹ ਸਾਰੀ ਠੀਕ ਹੋ ਜਾਣੀ ਹੈ। ਤੁਹਾਡੀ ਇਮਿਊਨਿਟੀ ਜਿਹੜੀ ਡੈਮੇਜ ਹੋ ਗਈ ਡਾਕਟਰਾਂ ਦੀ ਕਿਰਪਾ ਨਾਲ ਤੇ ਤੁਹਾਡੀ ਨਾਸਮਝੀ ਨਾਲ, ਉਹ ਇਮਿਊਨਿਟੀ ਡੈਮੇਜ ਹੋਈ ਤਾਂ ਹੀ ਤੇ ਤੁਹਾਨੂੰ ਆਟੋ ਇਮਿਊਨ ਡਿਜ਼ੀਜ਼ ਹੋਈਆਂ।
ਤੁਹਾਨੂੰ ਜੇ ਡਾਇਬੀਟੀਜ਼ ਹੋਈ ਹੈ, ਥਾਇਰਾਇਡ ਹੋਇਆ ਹੈ, ਹੀਮੋਫੀਲੀਆ ਹੋਇਆ ਹੈ, ਇਹ ਸਾਰੀ ਬਿਮਾਰੀ ਜਿਹੜੀ ਇਨਕਿਊਰੇਬਲ ਹੈ ਉਹ ਸੌਖੀ ਕਿਊਰੇਬਲ ਹੈ ਜੀ। ਦਵਾਈ ਕਰਨ ਦੀ ਲੋੜ ਹੀ ਕੋਈ ਨਹੀਂ। ਐਲਰਜੀ ਕਈ ਤਰ੍ਹਾਂ ਦੀ। ਮਿੱਟੀ ਦੇ ਬਰਤਨ 'ਚ ਬਣਾਓ ਅਤੇ ਖਾਓ, ਪਰ ਇੱਕ ਧਿਆਨ ਰੱਖਿਓ ਇਹਦੇ ਤੜਕਾ ਨਹੀਂ ਦੇਣਾ ਮਿੱਟੀ ਦੇ ਬਰਤਨ 'ਚ। ਉਹ ਬਾਰ-ਬਾਰ ਗਰਮ ਹੋ ਕੇ ਤੇਲ ਜਿਹੜਾ ਅੰਦਰ ਵੜ ਜਾਊ ਉਹ ਜ਼ਹਿਰ ਬਣ ਜਾਊ। ਅਤੇ ਇਹਦੇ 'ਚ ਇੱਕ ਮੰਨ ਲਓ ਤੁਸੀਂ ਇਹਦੇ 'ਚ ਦਾਲ ਸਬਜ਼ੀ ਪਾਤੀ ਤੇਲ ਵਾਲੀ, ਘਿਓ ਵਾਲੀ, ਅਗਲੀ ਵਾਰ ਤੁਸੀਂ ਜਿਹੜਾ ਹੈ ਉਹ ਪਾਓ ਚਾਵਲ ਪਾ ਕੇ, ਉਹ ਉਬਾਲੀ ਦੇ ਲਓ, ਸਾਰਾ ਤੇਲ ਉਹਦੇ 'ਚ ਆ ਜਾਓ, ਉਹ ਚਾਵਲ ਖਾ ਲਓ। ਅਤੇ ਇਹਦਾ ਮਿੱਟੀ ਦਾ ਪਹਿਲਾ ਨੰਬਰ। ਨੰਬਰ 2 'ਤੇ ਤੁਹਾਡਾ ਹੈਗਾ ਕਲਈ ਵਾਲਾ ਪਿੱਤਲ ਦਾ ਬਰਤਨ। ਇਹਦੇ ਸਿੱਧਾ ਸਿੱਧਾ ਫਾਰਮੂਲਾ ਹੈ, ਰਾਜੀਵ ਦੀਕਸ਼ਿਤ ਨੇ ਜਿਹੜਾ ਕੀਤੀ ਸੀ ਰਿਸਰਚ। ਤੁਸੀਂ ਜਿਹੜਾ ਵੀ ਖਾਣਾ ਬਣਾਉਂਦੇ ਹੋ ਉਹ ਖਾਣੇ ਦਾ ਕੁੱਕਰ 'ਚ 87% ਉਹਦੇ ਨਿਊਟਰੀਐਂਟਸ ਡਿਸਟਰੋਏ ਹੋ ਜਾਂਦੇ ਹੈ। 13% ਤੁਹਾਨੂੰ ਮਿਲਿਆ। ਜੇ ਤੁਹਾਨੂੰ 13% ਮਿਲਿਆ ਤਾਂ ਜਿਹੜੇ ਅਰਬੋਂ ਸੈੱਲ ਹੈਗੇ ਹੈ ਇਹ ਤਾਂ ਭੁੱਖੇ ਮਰ ਗਏ। ਤੁਸੀਂ 1 ਕਿਲੋ ਅਨਾਜ ਹੀ ਖਾਧਾ ਸਾਰੇ ਦਿਨ 'ਚ ਅਤੇ ਬੋਡੀ ਨੂੰ ਕਿੰਨਾ ਮਿਲਿਆ? 130 ਗ੍ਰਾਮ। ਸਵਾਦ ਨਾਲ ਤੁਹਾਡੀ ਜੀਭ ਦੀ ਤਸੱਲੀ ਹੋ ਗਈ, ਦਿਮਾਗ ਦੀ ਹੋ ਗਈ, ਪੇਟ ਵੋਲਿਊਮ ਨਾਲ ਭਰ ਗਿਆ, ਸਰੀਰ ਤੇ ਭੁੱਖਾ ਮਰ ਗਿਆ। ਫਿਰ ਆਟੋਇਮਿਊਨ ਡਿਜ਼ੀਜ਼ ਹੋ ਗਈ, ਡਾਇਬੀਟੀਜ਼ ਹੋ ਗਈ। ਅਤੇ ਤੁਸੀਂ ਜਦ ਮਿੱਟੀ ਦੇ ਬਰਤਨ 'ਚ ਬਣਾਓਗੇ ਅਤੇ ਜੇ ਤੁਹਾਡੇ 100% ਹੈਗਾ ਹੈ ਨਾ, ਉਹ 100% ਦਾ 110 ਹੋ ਜਾਊ। ਤੁਸੀਂ ਕਹੋਗੇ ਇਹ ਕਿੱਦਾਂ ਹੋ ਜਾਊ? ਮਿੱਟੀ ਦੇ 18 ਮਿਨਰਲ ਜਿਹੜੇ ਹੈ ਉਹ ਵੀ ਕੁਛ ਐਡ ਹੋਣਗੇ ਅਤੇ ਤੁਹਾਡਾ ਰੋਟੀ ਜਿਹੜੀ ਹੈ 36 ਘੰਟੇ ਤੱਕ ਮਿੱਟੀ ਦਾ ਬਣਿਆ ਜਿਹੜਾ ਖਾਣਾ ਹੈ ਬਾਸੀ ਨਹੀਂ ਹੁੰਦਾ, ਹੈ ਨਾ। ਅਸੀਂ ਜਗਨਨਾਥਪੁਰੀ ਤੋਂ ਜਿਹੜਾ ਲਿਆਏ, ਗਰਮੀ ਇੰਨੀ ਸੀ, ਰਾਜੀਵ ਦੀਕਸ਼ਿਤ ਜੀ ਲਿਆਇਆ ਉੱਥੇ ਦੀ ਬਣੀ ਹੋਈ ਖਿਚੜੀ, ਵੀ ਤੇ ਸੜ ਜਾਓ, ਕਹਿੰਦੇ ਇਹ ਨਹੀਂ ਸੜਦੀ ਸੀ। ਦਿੱਲੀ ਪਹੁੰਚ ਗਏ, ਉਹ ਖਰਾਬ ਹੀ ਨਹੀਂ ਹੋਈ। ਮਈ ਜੂਨ ਦੀ ਗਰਮੀ 'ਚ ਮੈਂ 48 ਡਿਗਰੀ ਟੈਂਪਰੇਚਰ 'ਚ ਸਵੇਰੇ ਬਣਾਉਂਦਾ ਸੀ ਵਰਿੰਦਾਵਨ 'ਚ ਖਾਣਾ, ਦਾਲ ਚਾਵਲ ਖਿਚੜੀ ਬਣਾ ਲਈ, ਪੂਰਾ ਦਿਨ ਉਸ ਨੂੰ ਬਿਨਾਂ ਫਰਿੱਜ ਦੇ ਰੱਖਣਾ, ਅਗਲੇ ਦਿਨ ਵੀ ਫਿਰ ਖਾਣਾ। ਉਹ 36 ਘੰਟੇ ਬਾਅਦ ਵੀ ਸੜਦੀ ਨਹੀਂ ਸੀ, ਸਵਾਦ ਹੁੰਦੀ ਸੀ। ਅਤੇ ਮਿੱਟੀ ਦੇ ਬਰਤਨ 'ਚ ਬਾਸੀ ਨਹੀਂ ਹੋਏਗਾ। ਤੁਹਾਨੂੰ ਤਾਂ ਨਜ਼ਰ ਹੀ ਨਹੀਂ ਆਉਂਦਾ ਸਵੇਰੇ ਦਾ ਬਣਿਆ ਖਾਣਾ 4 ਘੰਟੇ 5 ਘੰਟੇ ਬਾਅਦ ਉਹਦੇ ਮੋਲੀਕਿਊਲ ਚੇਂਜ ਹੋ ਗਏ, ਉਹਦੀ ਬਿਮਾਰੀ ਦਾ ਘਰ ਬਣ ਗਿਆ। ਤੁਸੀਂ ਫਿਰ ਤੜਕਾ ਦੇ ਕੇ ਖਾ ਲਿਆ। ਪੰਜਾਬੀਆਂ ਨੂੰ ਤਾਂ ਆਦਤ ਹੈ ਬਾਸੀ ਬਣਾ ਕੇ ਫਰਿੱਜ 'ਚ ਰੱਖ ਕੇ ਖਾਣ ਦੀ। ਉਹ ਬਿਮਾਰੀ ਲੱਗਣੀ ਹੈ ਨਾ ਜੀ, ਜੋੜਾਂ ਦੀ ਦਰਦ ਹੋਣੀ ਹੈ। ਅਤੇ ਮਿੱਟੀ ਦਾ ਬਰਤਨ ਬਣੀ ਚੀਜ਼ ਜਿਹੜੀ ਹੈ ਉਸ ਤੋਂ ਉੱਪਰ ਕੁਛ ਨਹੀਂ ਹੈਗਾ। ਸੋਨੇ ਦੀ ਥਾਲੀ 'ਚ ਖਾ ਲਓ, ਪਕਾਓ ਮਿੱਟੀ 'ਚ। ਜਿਹੜੇ ਅਰਬਪਤੀ ਕਈ ਪਰਿਵਾਰ ਨੇ ਹਿੰਦੁਸਤਾਨ 'ਚ ਮਿੱਟੀ 'ਚ ਬਣਾਉਂਦੇ ਆ, ਚਾਂਦੀ 'ਚ ਖਾਂਦੇ, ਸੋਨੇ 'ਚ ਖਾ ਲੈਣਗੇ। ਅਤੇ ਇਹ ਨੰਬਰ 1। ਨੰਬਰ 2 ਕਲਈ ਵਾਲੇ ਜੇ ਤੁਹਾਡੇ ਬਰਤਨ ਹੈ ਪਿੱਤਲ ਦਾ, ਅਤੇ ਕਲਈ ਦੇ ਤੁਹਾਨੂੰ ਪਤਾ ਕੀ ਅਸਰ ਹੈ? ਜਿਨ੍ਹਾਂ ਨੂੰ ਬੁਢਾਪਾ ਆਉਂਦਾ ਹੈ ਪਿਸ਼ਾਬ 'ਚ, ਤੁਹਾਡਾ ਜਿਹੜਾ ਹੈਗਾ ਰਿਪਰੋਡਕਟਿਵ ਸਿਸਟਮ, ਉੱਥੋਂ ਬੁਢਾਪਾ ਆਉਂਦਾ ਹੈ। ਜ਼ਿਆਦਾ ਭੋਗ ਲੈ ਜੀ, ਜ਼ਿਆਦਾ ਕੋਈ ਬਿਮਾਰੀ ਲੱਗੀ, ਡਾਇਬੀਟੀਜ਼ ਹੋ ਗਈ, ਉੱਥੋਂ ਬਿਮਾਰੀ ਆਈ ਨਾ ਤੁਹਾਡੀ। ਅਤੇ ਉਦੋਂ ਇਲਾਜ ਕੀ ਕਰਨੀ ਆ ਅਸੀਂ? ਉਸ ਨੂੰ ਅਸੀਂ ਦਿੰਦੇ ਹਾਂ ਬੰਗ ਭਸਮ। ਜਿੰਨੇ ਵੀ ਪਿਸ਼ਾਬ ਦੇ ਰੋਗ ਨੇ, ਤੁਹਾਡੇ ਸਪਰਮ ਕਾਊਂਟ ਘੱਟ ਹੈ, ਤੁਹਾਡੀ ਜਿਹੜੀ ਹੈ ਉਹ ਪ੍ਰਜਨਨ ਸ਼ਕਤੀ, ਤੁਹਾਡਾ ਕੈਪੈਸਿਟੀ ਘੱਟ ਗਈ ਹੈ, ਬੁਢਾਪਾ ਆ ਗਿਆ ਹੈ, ਕੁਛ ਵੀ ਹੋ ਰਿਹਾ ਹੈ, ਕੀ ਦਿੰਦੇ ਹਾਂ ਅਸੀਂ ਦਿੰਦੇ ਹਾਂ ਬੰਗ ਭਸਮ। ਉਹ ਬੰਗ ਕੀ ਹੈ? ਇਹ ਕਲਈ ਤੇ ਬੰਗ ਹੈ ਜੀ। ਇਹ ਸਾਡੇ ਬਜ਼ੁਰਗ ਜਿੰਨੇ ਸਮਝਦਾਰ ਸੀ, ਇਹ ਮਾਡਰਨ ਜਿਹੜੇ ਵਿਕਾਸ ਦੀ ਗੱਲਾਂ ਕਰਦੀ ਹੈ, ਇਹ ਵਿਕਾਸ ਦੀ ਗੱਲਾਂ ਕਰਦੇ ਵਿਨਾਸ਼ ਨੇ। ਬਰਬਾਦੀ ਦਾ ਕਾਰਨ ਇਹ ਹੈਗੇ ਜਿਹੜੇ ਮਾਡਰਨ ਸਾਇੰਟਿਸਟ ਨੇ, ਇਹ ਹੈਲਥ ਦੇ ਐਕਸਪਰਟ ਨੇ, ਡਾਇਟੀਸ਼ੀਅਨ ਹੈਗੇ, ਇਹ ਤਾਂ ਮਾਰਨ ਦਾ ਕੰਮ ਕਰ ਰਹੇ ਜੀ। ਸਾਡੇ ਹੈਗੇ ਸੀ ਡਾਇਟੀਸ਼ੀਅਨ ਜਿਨ੍ਹਾਂ ਨੇ ਕੀ ਇਨਵੈਂਸ਼ਨ ਕੀਤੀ? ਉਹ ਕਲਈ ਦੇ ਬਰਤਨ 'ਚ ਸਾਡੀ ਵਹੁਟੀ, ਸਾਡੀ ਭੈਣ, ਸਾਡੀ ਮਾਂ ਬਣਾ ਕੇ ਖਵਾਏਗੀ, ਉਹ ਭੁੰਨ ਕੇ ਖਵਾਏਗੀ। ਕਿੰਨਾ ਚਾਹੀਦਾ ਹੈ? 20 ਮਿਲੀਗ੍ਰਾਮ ਜੇ ਤੁਸੀਂ ਕਲਈ ਖਾ ਲਈ ਨਾ, ਅਤੇ ਤੁਹਾਡੇ ਸਰੀਰ ਨੂੰ ਕਿਸੇ ਮਿਨਰਲ ਦੀ, ਕਿਸੇ ਵਿਟਾਮਿਨ ਦੀ ਲੋੜ ਨਹੀਂ। ਉਹ ਸਵੇਰੇ ਤੋਂ ਸ਼ਾਮ ਤੋਂ, ਤਾਂ ਹੀ ਤਾਂ ਸਾਡੇ 80-90 ਸਾਲ ਦੇ ਬੁੱਢੇ ਹੀ ਨਹੀਂ ਹੁੰਦੇ ਸੀ। ਉਹ ਸਾਡੇ ਹੁਣ 45 ਸਾਲ ਦੇ ਸਾਰੇ ਜਵਾਨ ਵੀ ਬੁੱਢੇ ਨੇ। ਅਤੇ ਇੱਕ ਕਲਈ। ਨੰਬਰ 3 'ਤੇ ਤੁਹਾਡਾ ਲੋਹਾ ਹੋ ਗਿਆ। ਨੰਬਰ 4 'ਤੇ ਤੁਹਾਡਾ ਕਾਂਸਾ ਹੈ। ਕਾਂਸਾ ਸੋਨੇ ਤੋਂ ਵੀ ਉੱਪਰ ਹੈ। ਪਰ ਇਹਦੇ 'ਚ ਜਿਹੜੇ ਆਵਾਜ਼ ਹੈ ਨਾ ਇਹਦੀ, ਇਹ ਦੱਸਦੀ ਹੈ, ਇਹ ਲੰਮੀ ਆਵਾਜ਼ ਸੋਨੇ 'ਚੋਂ ਨਹੀਂ ਨਿਕਲਣੀ ਹੈ। ਇਹ ਲੰਮੀ ਆਵਾਜ਼ ਦਾ ਮਤਲਬ ਹੈ ਤੇ એનર્ਜੀ ਲੈਵਲ ਬਹੁਤ ਜ਼ਿਆਦਾ ਹੈ। ਅਜੇ ਖੱਟਾ ਨਹੀਂ ਪਾ ਕੇ ਤੁਸੀਂ ਖਾ ਸਕਦੇ। ਸਾਡੇ ਪੁਰਾਣ ਕਹਿੰਦੇ ਨੇ ਤੇ ਤੁਸੀਂ ਇਤਵਾਰ ਨੂੰ ਨਹੀਂ ਰੋਟੀ ਖਾ ਸਕਦੇ। ਉਹ ਕਿਉਂ ਜੀ? ਇਤਵਾਰ ਨੂੰ ਤੁਸੀਂ, ਜਿੱਦਾਂ ਤੁਹਾਨੂੰ ਮੈਂ ਆਮਲੇ ਦਾ ਦੱਸਿਆ ਸੀ, ਸ਼ੁੱਕਰਵਾਰ ਇਤਵਾਰ ਨੂੰ, ਇਹ ਕਿਉਂ ਦਾ ਜਵਾਬ ਤੇ ਉਹ ਦੇਣਗੇ ਜਿਹੜੇ ਦੁਨੀਆ ਤੋਂ ਚਲੇ ਗਏ। ਕਿਤਾਬਾਂ ਤੇ ਅਸੀਂ ਸਾਰੀ ਬਰਬਾਦ ਕਰਤੀ, ਹੈ ਨਾ ਜੀ। ਪਰ ਮੈਂ ਅਜਮਾ ਕੇ ਵੇਖਿਆ, ਜੇ ਤੁਸੀਂ ਇਤਵਾਰ ਨੂੰ ਥਾਲੀ ਵਜਾਈ ਨਾ ਕੰਨ ਦੇ ਨੇੜੇ, ਜੱਟਿਆਂ ਦੇ ਮੁੰਡੇ ਕੁੜੀਆਂ ਦੇ ਕੰਨ ਦੇ ਅੱਗੇ ਮੈਂ ਇਤਵਾਰ ਨੂੰ ਵਜਾਈ ਥਾਲੀ, ਉਹ ਮੰਨਦੇ ਨਹੀਂ ਸੀ, ਤਾਕਤ ਘਟ ਗਈ ਉਹਨਾਂ ਦੀ, ਮੰਨ ਗਏ। ਅਤੇ ਇੱਦਾਂ ਹੀ ਤੁਸੀਂ ਕਰਕੇ ਵੇਖੋ, ਮੰਨਣ ਨੂੰ ਕੌਣ ਕਹਿੰਦਾ ਹੈ? ਅਜਮਾਓ ਤੇ ਸਹੀ। ਅਤੇ ਬਾਕੀ ਦਿਨ ਤੁਸੀਂ ਕਾਂਸੇ 'ਚ ਖਾਓ, ਖੱਟਾ ਨਾ ਖਾਓ। ਇਹਦੇ 'ਚ ਤੁਸੀਂ ਖਾਓਗੇ, ਤੁਸੀਂ ਦੇਖੋਗੇ ਤੁਹਾਡਾ ਦਿਨ ਪਰ ਦਿਨ ਤੁਹਾਡਾ ਡਾਈਜੈਸ਼ਨ ਠੀਕ ਹੁੰਦਾ ਜਾ ਰਿਹਾ ਹੈ, ਤੁਹਾਡੀ ਬਿਮਾਰੀਆਂ ਠੀਕ ਹੁੰਦੀ ਜਾ ਰਹੀ ਹੈ, ਤਾਕਤ ਵਧੀ ਜਾ ਰਹੀ ਹੈ।
ਤੇ ਕੁੱਕਰ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ, ਜਿੱਥੇ ਤੱਕ ਹੋ ਸਕੇ ਨਾ ਕਰੋ। ਮੈਂ ਇੱਕ ਚੀਜ਼ ਵੇਖੀ ਹੈ, ਰਾਤੀ ਤੁਸੀਂ ਦਾਲ ਭਿਓ ਦਿਓ, ਸਵੇਰੇ ਤੁਸੀਂ ਉਸ ਨੂੰ ਮਿੱਟੀ ਦੇ ਬਰਤਨ 'ਚ ਪਕਾਓ, ਬੜੀ ਜਲਦੀ ਪੱਕਦੀ ਹੈ। ਚਨਾ ਵੀ ਪੱਕਦਾ ਹੈ। ਪੱਕਦੀ ਕੀ ਚੀਜ਼ ਨਹੀਂ ਪੱਕਦੀ? ਜਿਹੜੀ ਕੈਮੀਕਲ ਵਾਲੀ ਹੈ, ਉਹ ਸੌਖੀ ਗਲਦੀ ਨਹੀਂ। ਆਪਾਂ ਕੀ ਕਰਦੇ ਹਾਂ, ਇੱਕ ਬ੍ਰਹਮ ਰਸਾਇਣ ਅਸੀਂ ਬਣਾ ਦਿੱਤੇ ਆ, ਅਤੇ ਜਿਹੜੇ ਸ਼ਹਿਰੀ ਉਹਨਾਂ ਨੂੰ ਪੈਸੇ ਲੈ ਕੇ ਦਿੰਦੇ ਆ, ਜਿਹੜੇ ਪਿੰਡ ਵਾਲੇ ਜ਼ਿਮੀਦਾਰ ਹੈਗੇ ਉਹਨਾਂ ਨੂੰ ਫ੍ਰੀ ਦਿੰਦੇ ਆ। ਕੀ ਕਰਨਾ ਉਸ ਨੂੰ? ਰੋਟੀ ਸਬਜ਼ੀ ਬਣਾਉਣ ਦੀ ਵਾਰੀ ਉਹ ਐਨਜ਼ਾਈਮ ਜਿਹੜਾ 1 ਚਮਚ ਪਾ ਦਿਓ, ਅੱਧਾ ਚਮਚ ਪਾ ਦਿਓ, ਫਟਾਫਟ ਦਾਲ ਗਲ ਜਾਓ। ਕਿਉਂ? ਜ਼ਹਿਰ ਮੁੱਕ ਜਾਣਗੇ। ਮੁਫਤ ਦੀ ਚੀਜ਼ਾਂ ਤੁਹਾਨੂੰ ਤਰੀਕਾ ਅਸੀਂ ਦੱਸਦੇ ਹਾਂ। ਤੁਸੀਂ ਇੱਕ ਵਾਰ ਆਓ ਅਤੇ ਸਿੱਖੋ ਅਤੇ ਸਮਝੋ ਤਾਂ ਸਹੀ, ਤੁਹਾਡੀ ਦਵਾਈਆਂ ਬੰਦ ਹੋ ਜਾਣਗੀਆਂ। ਉਸ ਲੋਹੇ ਦੇ ਬਰਤਨ ਲੋਹੇ 'ਚ ਬਣਾਓ, ਕੱਢ ਕੇ ਮਿੱਟੀ 'ਚ ਪਾ ਦਿਓ। ਲੋਹੇ 'ਚ ਜ਼ਿਆਦਾ ਦੇਰ ਰੱਖੋਗੇ ਕੱਟ ਲੱਗ ਜਾਓ, ਹੈ ਨਾ, ਸਵਾਦ ਵਿਗੜ ਜਾਂਦਾ ਹੈ। ਫਿਰ ਹੋਰ ਕਿਹੜੇ ਬਰਤਨ ਹੈ? ਬਸ ਉਹੀ ਬਰਤਨ ਹੈ ਫੁੱਲ ਦੀ, ਜਿਹੜੇ ਪਹਿਲਾਂ ਬਰਤਨ ਹੁੰਦੇ ਸੀ। ਜੀ ਤੁਸੀਂ ਇਹ ਲੱਕੜ ਦੀ ਬੜੀ ਸੋਹਣੀ ਕਟੋਰੀ ਰੱਖੀ ਹੈ ਜੀ। ਇਹ ਲੱਕੜ ਦਾ ਜਵਾਬ ਹੀ ਕੋਈ ਨਹੀਂ, ਪਰ ਲੱਕੜ ਦੇ ਮਿੱਟੀ ਦੇ ਬਰਤਨ ਦਾ ਇੱਕ ਹੁੰਦਾ ਹੈ, ਜੁੱਠਾ ਹੋ ਜਾਂਦਾ ਹੈ। ਜੇ ਮੈਂ ਇਹਦੇ 'ਚ ਜੁੱਠਾ ਕਰਤਾ ਨਾ, ਫਿਰ ਮੇਰੇ ਤੋਂ ਇਲਾਵਾ ਕਿਸੇ ਹੋਰ ਨੇ ਉਸਨੂੰ ਖਾਣਾ ਸਾਡੇ ਹਿਸਾਬ ਨਾਲ ਮਨਾ ਹੈ। ਪਰ ਇਹਦੇ ਜਿਹੜੀ ਚੀਜ਼ ਖਾਓਗੇ ਨਾ, ਉਹਦੇ 'ਚ ਐਨਰਜੀ ਲੈਵਲ ਕਿੰਨਾ ਜ਼ਬਰਦਸਤ ਹੋ, ਤੁਸੀਂ ਖਾਣ ਤੋਂ ਬਾਅਦ ਹੀ ਪਤਾ ਲੱਗੂ। ਅੱਛਾ ਗੁਰੂ ਜੀ, ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਚਾਈਨੀਜ਼, ਮੈਨੂੰ ਲੱਗੇ ਕਿ ਉਹ ਚਾਈਨੀਜ਼ ਹੈਗੇ ਨੇ, ਅਤੇ ਉਹ ਇਸੇ ਤਰੀਕੇ ਨਾਲ ਜਿਹੜਾ ਕਾਂਸੇ ਦਾ ਉਹਨਾਂ ਕੋਲ ਬਰਤਨ ਸੀ, ਅਤੇ ਉਹ ਇਸੇ ਤਰੀਕੇ ਨਾਲ ਖੜਕਾ ਕੇ ਸਰੀਰ ਦੇ ਆਲੇ ਦੁਆਲੇ ਘੁਮਾ ਰਹੇ ਸੀ। ਉਹ ਕੀ ਚੀਜ਼ ਹੁੰਦੀ ਹੈ ਜੀ? ਇਹ ਦੇਖੋ ਜੀ, ਸਾਰੀ ਦੁਨੀਆ ਵਾਈਬ੍ਰੇਸ਼ਨ ਨਾਲ ਚੱਲਦੀ ਹੈ। ਇਹ ਮਾਡਰਨ ਸਾਇੰਟਿਸਟ ਭੁੱਲ ਗਏ। ਖਿਡੌਣੇ ਮੈਂ ਲਿਆ ਰਿਹਾ ਲੱਭ ਕੇ, ਜਿੰਨੇ ਖਿਡੌਣੇ ਆ ਇੰਨੀ ਭੈੜੀ ਆਵਾਜ਼ ਹੈ ਉਹਦੇ 'ਚ, ਉਸ ਨੂੰ ਸੁਣ ਕੇ ਤੇ ਵੱਡੇ ਵੀ ਬਿਮਾਰ ਹੋਣੇ, ਛੋਟੇ ਵੀ ਬਿਮਾਰ ਹੋਣੇ ਆ। ਉਹ ਅਕਲ ਹੀ ਨਹੀਂ ਹੈਗੀ ਵੀ ਕਿਹੜਾ ਮਿਊਜ਼ਿਕ ਸੁਣਨਾ ਹੈ, ਕਿਹੜਾ ਨਹੀਂ ਸੁਣਨਾ। ਤੁਹਾਡਾ ਸਾਊਂਡ ਫ੍ਰੀਕੁਐਂਸੀ ਨਾਲ ਪੂਰਾ ਸਿਸਟਮ ਤੁਹਾਡਾ ਜਿਹੜਾ ਡਿਸਆਰਡਰ ਹੈ, ਉਹ ਆਰਡਰ 'ਚ ਆ ਜਾਂਦਾ ਹੈ। ਅਤੇ ਤੁਸੀਂ ਸਹੀ ਜੇ ਸਾਊਂਡ ਸੁਣੋਗੇ, ਕਲਾਸੀਕਲ ਮਿਊਜ਼ਿਕ ਸੁਣੋਗੇ, ਉਹ ਭੰਗੜਾ ਵੀ ਪੰਜਾਬੀਆਂ ਦਾ ਤੁਹਾਡੀ ਬੋਡੀ ਨੂੰ, ਸਿਸਟਮ ਨੂੰ ਠੀਕ ਕਰਦਾ ਹੈ। ਇਹ ਜਿਹੜਾ ਵੈਸਟਰਨ ਮਿਊਜ਼ਿਕ ਹੈ, ਇਹ ਤੁਹਾਡੇ ਸਾਰੇ ਸਿਸਟਮ ਨੂੰ ਖਰਾਬ ਕਰਦਾ ਹੈ। ਬੂਟਿਆਂ 'ਤੇ ਕਰਕੇ ਦੇਖਿਆ, ਟਮਾਟਰ ਇੱਕ ਇੱਥੇ ਲਾਤੇ, 500 ਮੀਟਰ ਦੂਰ ਦੂਜੇ ਟਮਾਟਰ ਲਾਤੇ। ਇੱਕ ਪਾਸੇ ਕਲਾਸੀਕਲ ਮਿਊਜ਼ਿਕ ਵਜਾਇਆ, ਇੱਕ ਪਾਸੇ ਜਿਹੜਾ ਉਹ ਰੌਕ ਸੰਗੀਤ ਵਜਾਇਆ। ਪਤਾ ਕੀ ਹੋਇਆ? ਜਿੱਥੇ ਰੌਕ ਸੰਗੀਤ ਵੱਜਿਆ ਉੱਥੇ ਬਿਮਾਰੀਆਂ ਹੀ ਬਿਮਾਰੀਆਂ ਲੱਗੀ ਟਮਾਟਰਾਂ ਨੂੰ। ਜਿੱਥੇ ਕਲਾਸੀਕਲ ਮਿਊਜ਼ਿਕ ਸੀ, ਇੱਕ ਬਿਮਾਰੀ ਨਹੀਂ ਲੱਗੀ, ਅਤੇ ਟਮਾਟਰ ਸੇਬ ਤੋਂ ਵੀ ਇੰਨੇ ਸਵਾਦ ਹੈਗੇ ਸੀ, ਲੋਕੀ ਤੋੜ ਕੇ ਉਂਝ ਹੀ ਖਾ ਗਏ ਫਲਾਂ ਦੀ ਤਰ੍ਹਾਂ। ਤੁਸੀਂ ਸਾਊਂਡ ਫ੍ਰੀਕੁਐਂਸੀ ਨੂੰ ਸਮਝੋ ਜੀ, ਕਿਹੜੀ ਆਵਾਜ਼ ਸੁਣਨੀ, ਕਿਹੜੀ ਨਹੀਂ ਸੁਣਨੀ, ਉਹੀ ਤੁਸੀਂ ਕਰੀ ਜਾਂਦੇ ਹੋ। ਮੰਦਿਰ ਕੀ ਹੁੰਦਾ ਹੈ? ਮੰਦਿਰ ਦਾ ਮਤਲਬ ਹੁੰਦਾ ਜਿੱਥੇ ਐਨਰਜੀ ਆ ਜਾਏ। ਤੁਸੀਂ ਮੰਦਿਰ ਨੂੰ ਤੁਸੀਂ ਨਰਕ ਬਣਾ ਦਿੱਤਾ, ਪਲਾਸਟਿਕ ਦੇ ਢੋਲ ਲਾਤੇ। ਜਿਹੜੀ ਪਲਾਸਟਿਕ ਕੋਈ ਵਜਾਉਣ ਦੀ ਚੀਜ਼ ਹੈ? ਜਿੰਨਾ ਵਜਾਓਗੇ ਉਨੇ ਬਿਮਾਰ ਪਾਓਗੇ। ਢੋਲ ਨਗਾੜੇ ਆਉਂਦੇ, ਉਹ ਵੀ ਪਲਾਸਟਿਕ ਦੇ, ਬਿਮਾਰ ਪਾਓਗੇ। ਛੇਣੇ ਖੜਤਾਲ ਬਣਾਈ ਜਾਂਦੇ ਹੋ, ਸਟੀਲ ਦੇ ਬਣਾਈ ਜਾਂਦੇ ਹੋ, ਵਜਾਓਗੇ ਬਿਮਾਰ ਪਾਓਗੇ। ਉਹ ਮੇਰੇ ਵੀਰੋ, ਮੇਰੇ ਮਿੱਤਰੋ, ਕੋਈ ਤੇ ਅਕਲ ਦਾ ਦੁਸ਼ਮਣ ਕਾਹਨੂੰ ਬਣੇ ਹੋ ਆਪਣੇ? ਜੇ ਆਵਾਜ਼ ਹੀ ਕਰਨੀ ਹੈ, ਘੱਟੋ ਘੱਟ ਚਮੜੇ ਦਾ ਢੋਲ ਵਜਾਓ, ਕਾਂਸੇ ਦੀ ਥਾਲੀ ਵਜਾਓ, ਕਾਂਸੇ ਦੇ ਮਜੀਰੇ ਵਜਾਓ, ਪਿੱਤਲ ਦੇ ਵਜਾਓ, ਤਾਂ ਤੇ ਤੁਹਾਡੀ ਸਿਹਤ ਬਣੂ। ਬਹੁਤ ਸਾਰੇ ਮੰਦਰਾਂ ਦੇ ਵਿੱਚ ਘੰਟੀ ਵੀ ਐਲੂਮੀਨੀਅਮ ਦੀ ਲੱਗੀ ਹੋਈ ਹੈ ਜੀ। ਹਾਂ, ਮੈਂ ਦੇਖੀ ਹੈ ਨਾ, ਸਾਡੇ ਸੋਲਨ 'ਚ ਲੱਗੀ ਹੈ ਐਲੂਮੀਨੀਅਮ ਦੀ, ਹੈ ਨਾ ਜੀ, ਵੀ ਚੋਰੀ ਨਾ ਹੋ ਜਾਏ। ਪਿੱਤਲ ਦੀ ਸਸਤੀ ਲਾ ਲਓ ਵੀ ਐਲੂਮੀਨੀਅਮ ਦੀ ਘੰਟੀ ਲਾਓ, ਅਤੇ ਰਾਮ ਨਾਮ ਸਤ ਛੇਤ ਫਟਾਫਟ ਹੋ ਜਾਊ। ਕੁਛ ਐਸਾ ਲੱਗਦਾ ਹੈ ਵੀ ਰੱਬ ਨੇ ਕੋਈ ਐਸੀ ਮਾਇਆ ਪਾਈ ਹੈ ਕਿ ਜਿੱਦਾਂ 18 ਉਖਸ਼ੌਣੀ ਸੇਨਾ ਉਹ ਕ੍ਰਿਸ਼ਨ ਜੀ ਨੇ ਮਰਵਾਤੀ ਸੀ ਨਾ, ਵੀ ਪਾਪ ਵੱਧ ਗਿਆ ਹੈ ਮਹਾਭਾਰਤ 'ਚ। ਮੈਨੂੰ ਲੱਗਦਾ ਹੁਣ ਵੀ ਉਹਨਾਂ ਦੀ ਕੋਈ ਮਾਇਆ ਚੱਲ ਰਹੀ ਹੈ। ਬੁੱਧੀ ਲੋਕਾਂ ਦੀ ਇੰਨੀ ਭ੍ਰਸ਼ਟ ਹੋ ਗਈ ਹੈ, ਆਪਣਾ ਪੈਸਾ ਖਰਚ ਕਰਕੇ ਆਪਣਾ ਗਲਾ ਆਪੇ ਹੀ ਕੱਟੀ ਜਾਂਦੇ, ਇੰਨੇ ਪੁੱਠੇ ਕੰਮ ਕਰ ਰਹੇ ਹੈ। ਮੇਰੇ ਵੀਰੋ, ਦੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਹੈ। ਸੰਭਲ ਜਾਓ ਅਤੇ ਆਪਣੇ ਰਿਵਰਸ ਲਾਓ ਜ਼ਰਾ। ਅੱਛਾ ਗੁਰੂ ਜੀ, ਫਿਰ ਜਿਹੜੇ ਇਹ ਬਰਤਨ ਯੂਜ਼ ਕਰਨਗੇ, ਲੌਂਗ ਟਰਮ ਬਰਤਨ ਯੂਜ਼ ਕਰਨਗੇ, ਚਾਹੇ ਕਾਂਸੇ ਦਾ ਤੁਸੀਂ ਦੱਸਿਆ, ਇਤਵਾਰ ਨੂੰ ਛੱਡ ਕੇ ਪਿੱਤਲ ਦਾ, ਮਿੱਟੀ ਦਾ, ਲੱਕੜ ਦਾ, ਲੋਹੇ ਦਾ, ਇਹ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਹੌਲੀ ਹੌਲੀ ਸਾਡੇ ਘਰ ਦੇ ਵਿੱਚੋਂ ਬਿਲਕੁਲ ਖਤਮ ਹੋ ਸਕਦੀਆਂ ਨੇ? ਲਿਸਟ ਬਣਾਉਣ ਦੀ ਕੀ ਲੋੜ ਹੈ ਜੀ? ਮੈਂ ਕਹਿੰਦਾ ਸਾਰੀ ਬਿਮਾਰੀਆਂ ਚਲੀ ਜਾਣਗੀ, ਬਿਮਾਰੀ ਕੋਈ ਨਹੀਂ ਰਹਿਣੀ। ਕੋਈ ਬਿਮਾਰੀ ਨਹੀਂ। ਤੁਸੀਂ ਬਰਤਨ ਬਦਲ ਦਿਓ, ਖਾਣਾ ਆਪਣਾ ਸਹੀ ਖਾਓ। ਅਤੇ ਬਹੁਤ ਵੱਡੀ ਗੱਲ ਕਹਿ ਰਹੀ ਹਾਂ, ਐਲੋਪੈਥਿਕ ਡਾਕਟਰ ਦੀ ਦਵਾਈਆਂ ਤੋਂ ਦੂਰ ਰਹਿਣਾ। ਕਰ ਦਿਓ ਬੇਟਾ, ਕੋਈ ਘਰ ਦਾ ਬੰਦਾ ਡਾਕਟਰ ਹੈ ਤਾਂ ਕੋਈ ਗੱਲ ਨਹੀਂ। ਮੇਰੇ ਕੋਲ 8 ਕਿਤਾਬਾਂ ਨੇ ਜਿਹੜੀ ਇਹ ਦੱਸਦੀਆਂ ਦੁਨੀਆ ਤੋਂ ਸਾਰਿਆਂ ਤੋਂ ਜ਼ਿਆਦਾ ਬੰਦੇ ਮਰਦੇ ਹੈ ਦਵਾਈ ਖਾ ਕੇ। ਇਹ ਜੀ ਮਾਡਰਨ ਮੈਡੀਸਨ ਕਰਕੇ ਮਰ ਰਹੇ ਨੇ। ਜੇ ਦੁਨੀਆ 'ਚ 2 ਕਰੋੜ ਲੋਕ ਮਰਨਗੇ ਨਾ, ਤਾਂ ਸਮਝ ਲਓ 1 ਕਰੋੜ ਲੋਕ ਇਸ ਲਈ ਮਰ ਗਏ ਕਿਉਂਕਿ ਦਵਾਈ ਖਾਧੀ ਹੈ। 8 ਲੱਖ ਲੋਕ ਹਰ ਸਾਲ ਅਮਰੀਕਾ 'ਚ
ਪ੍ਰੋਫੈਸਰ ਗੈਰੀ ਨਲ ਦਾ ਸਰਵੇ ਹੈ ਨਾ 7,98,000 ਲੋਕ ਹਰ ਸਾਲ ਮਰਦੇ ਨੇ ਉੱਥੇ ਦਵਾਈ ਖਾ ਕੇ। ਅੱਗੇ ਉਹ ਕਹਿੰਦੇ ਇਟਸ ਅ ਟਿਪ ਆਫ ਆਈਸਬਰਗ, ਇਸ ਤੋਂ ਜ਼ਿਆਦਾ ਮਰਦੇ ਨੇ, ਸਾਡੇ ਕੋਲ ਰਿਪੋਰਟ ਐਨੀ ਹੈ। ਇਹ ਪ੍ਰੋਫੈਸਰ ਗੈਰੀ ਨਲ ਦੀ ਰਿਪੋਰਟ ਹੈ, 5 ਡਾਕਟਰਾਂ ਨੇ ਸਰਵੇ ਕੀਤਾ ਹੈ। ਉਹ ਕਹਿੰਦੇ ਲੀਡਿੰਗ ਕਾਜ਼ ਆਫ ਡੈਥ ਮਾਡਰਨ ਮੈਡੀਸਨ। ਅਤੇ ਤੁਸੀਂ ਡਾਕਟਰ ਦੀ ਦਵਾਈ ਤੋਂ ਦੂਰ ਰਹੋ, ਆਪਣੇ ਬਰਤਨ ਬਦਲੋ, ਆਪਣੀ ਡਾਈਟ ਢੰਗ ਦੀ ਖਾਓ, ਤੁਸੀਂ ਕਦੇ ਬਿਮਾਰ ਹੀ ਨਹੀਂ ਪਾਓਗੇ। ਤੁਸੀਂ ਕਹਿੰਦੇ ਹੋ ਕਿਹੜੀ ਬਿਮਾਰੀ, ਮੈਂ ਕਹਿੰਦਾ ਕਿਹੜੀ ਬਿਮਾਰੀ ਹੈ ਠੀਕ ਨਹੀਂ ਜਿਹੜੀ ਹੋਣੀ, ਸਾਰੀ ਹੋ ਜਾਣੀ ਹੈ ਠੀਕ।